ਵੈਲਕਮ ਟੂ ਪ੍ਰੈਪ ਕਲਾਸਿਸ। ਅੱਜ ਆਪਾਂ ਇਸ ਵੀਡੀਓ ਦੇ ਅੰਦਰ ਕਮਰਸ ਲੈਕਚਰਰ ਦੇ ਈਵਨ ਜੋ ਆਪਣੀ +2 ਦਾ ਸਿਲੇਬਸ ਨਿਊ ਪੈਟਰਨ ਹੈ ਕਿ MCQs ਕੁਐਸਚਨਸ ਹੋਣੇ ਉਹਨਾਂ ਸਾਰਿਆਂ ਨੂੰ ਆਪਾਂ ਚੈਪਟਰ ਵਾਈਜ਼ ਕਵਰ ਅਪ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇਸ ਵੀਡੀਓ ਦੇ ਅੰਦਰ ਆਪਾਂ ਅਕਾਊਂਟਸ ਦੇ ਵੈਰੀ ਇੰਪੋਰਟੈਂਟ ਕੁਐਸਚਨਸ ਲਵਾਂਗੇ ਗੁੱਡਵਿਲ ਦੇ ਐਂਡ ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੀਓਜ਼ ਨੂੰ ਲੈ ਕੇ। ਸੋ ਲੈਟ ਸਟਾਰਟ। ਫਸਟ ਕੁਐਸਚਨ ਕੀ ਕਹਿੰਦਾ, ਦ ਗੁੱਡਵਿਲ ਕੈਨ ਬੀ ਕਲਾਸੀਫਾਈਡ into a which categories। ਕਹਿੰਦੇ ਗੁੱਡਵਿਲ ਨੂੰ ਆਪਾਂ ਕਲਾਸੀਫਾਈ ਕਰਨਾ ਕਿਹੜੇ ਕੈਟੇਗਰੀਜ਼ ਦੇ ਵਿੱਚ ਗੁੱਡਵਿਲ ਨੂੰ ਕਲਾਸੀਫਾਈ ਕਰ ਸਕਦੇ ਹਾਂ, ਮਤਲਬ ਟਾਈਪਸ ਆਫ ਗੁੱਡਵਿਲ। ਸੋ ਟਾਈਪਸ ਆਫ ਗੁੱਡਵਿਲ ਇੱਥੇ ਆਪਾਂ ਨੂੰ ਪਤਾ ਹੀ ਹੈ ਕਿ ਦੋ ਤਰ੍ਹਾਂ ਦੀ ਗੁੱਡਵਿਲ ਹੁੰਦੀ ਹੈ, ਇੱਕ ਤਾਂ ਸੈਲਫ ਜਨਰੇਟਡ ਗੁੱਡਵਿਲ ਹੁੰਦੀ ਹੈ, ਇੱਕ ਪਰਚੇਜ਼ ਗੁੱਡਵਿਲ ਹੁੰਦੀ ਹੈ। ਸੋ ਬੇਸਿਕਲੀ ਮੈਂ ਤੁਹਾਨੂੰ ਜਲਦੀ ਦੀ ਡਿਫਾਈਨ ਕਰਨਾ ਕਿ ਪਰਚੇਜ਼ ਗੁੱਡਵਿਲ ਉਹ ਹੁੰਦੀ ਆ ਜਦੋਂ ਇੱਕ ਕੰਪਨੀ, ਸਪੋਜ਼ ਕਰੋ A ਕੰਪਨੀ ਚੱਲ ਰਹੀ ਆ ਅਤੇ B ਕੰਪਨੀ ਕਹਿੰਦੀ ਆ ਕਿ ਮੈਂ A ਕੰਪਨੀ ਦਾ ਬਿਜ਼ਨਸ ਪਰਚੇਜ਼ ਕਰ ਲੂੰਗੀ, ਜਾਂ B ਪਰਸਨ ਕਹਿ ਰਿਹਾ ਕਿ ਮੈਂ A ਕੰਪਨੀ ਦਾ ਮਤਲਬ A ਪਰਸਨ ਦਾ ਬਿਜ਼ਨਸ ਨੂੰ ਪਰਚੇਜ਼ ਕਰੂੰ। ਜਦੋਂ ਕਹਿਣ ਦਾ ਮਤਲਬ ਜਦੋਂ ਆਪਾਂ ਚੱਲਦਾ ਹੋਇਆ ਬਿਜ਼ਨਸ ਨੂੰ ਪਰਚੇਜ਼ ਕਰਦੇ ਹਾਂ ਤਾਂ ਉਸ ਬਿਜ਼ਨਸ ਦੀ ਇੱਕ ਆਲਰੇਡੀ ਮਾਰਕੀਟ ਦੇ ਵਿੱਚ ਰੈਪੂਟੇਸ਼ਨ ਬਣ ਚੁੱਕੀ ਹੁੰਦੀ ਹੈ, ਜਿਵੇਂ ਕਿ ਉਹਦੇ ਨਾਲ ਕਸਟਮਰਸ ਅਟੈਚ ਹੋ ਚੁੱਕੇ ਹੁੰਦੇ ਨੇ, ਉਹਦੀ ਇੱਕ ਰੈਪੂਟੇਸ਼ਨ ਹੁੰਦੀ ਆ ਕਿ ਲੋਕ ਉਹਦੇ ਤੋਂ ਹੀ ਪ੍ਰੋਡਕਟ ਖਰੀਦਦੇ ਨੇ, ਉਹਦਾ ਇੱਕ ਪ੍ਰੋਫਿਟ ਮਾਰਜਨ ਫਿਕਸ ਹੋ ਚੁੱਕਿਆ ਹੁੰਦਾ ਕਿ ਉਹ ਮੰਥਲੀ ਇੰਨਾ ਕਮਾਉਂਦਾ, ਸਾਲ ਦਾ ਇੰਨਾ ਕਮਾਉਂਦਾ। ਬੇਸਿਕਲੀ ਮਤਲਬ ਜਦੋਂ ਇੱਕ ਨਵਾਂ ਬਿਜ਼ਨਸ ਸਟਾਰਟ ਹੁੰਦਾ ਉਹਨੂੰ ਸੈਟਅਪ ਹੋਣ ਨੂੰ ਟਾਈਮ ਲੱਗਦਾ, ਬਟ ਜਿਹੜਾ ਆਲਰੇਡੀ ਸੈਟਅਪ ਬਿਜ਼ਨਸ ਆ ਉਹਦੀ ਆਲਰੇਡੀ ਮਾਰਕੀਟ ਬਣੀ ਹੁੰਦੀ ਆ, ਕਸਟਮਰ ਉਹਦੇ ਨਾਲ ਅਟੈਚ ਹੁੰਦੇ ਨੇ, ਗੁੱਡਵਿਲ ਬਣੀ ਹੁੰਦੀ ਆ ਮਾਰਕੀਟ 'ਚ ਕਿ ਇਸ ਸ਼ੌਪ 'ਤੇ ਵਧੀਆ ਦੁਕਾਨ 'ਤੇ ਸਮਾਨ ਮਿਲਦਾ। ਸੋ ਉਸ ਚੀਜ਼ ਨੂੰ ਜਦੋਂ ਆਪਾਂ ਉਹ ਬਿਜ਼ਨਸ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੇ ਉਹ ਬਿਜ਼ਨਸ ਦੀ ਕੀਮਤ ਮੰਨ ਕੇ ਚੱਲੋ ਉਸ ਬਿਜ਼ਨਸ ਦੀ ਕੀਮਤ 10 ਲੱਖ ਰੁਪਈਆ ਵਾ ਅਤੇ ਆਪਾਂ ਉਸ ਨੂੰ 12 ਜਾਂ 15 ਲੱਖ 'ਚ ਖਰੀਦਦੇ ਹਾਂ, 12 ਜਾਂ 15 ਲੱਖ 'ਚ ਖਰੀਦਦੇ ਹਾਂ। ਸੋ ਆਹ ਜਿਹੜੀ ਆਪਾਂ ਨੂੰ 1-2 ਲੱਖ ਰੁਪਈਆ ਐਕਸਟਰਾ ਅਮਾਊਂਟ ਦੇਣੀ ਪੈ ਰਹੀ ਆ, ਇਸ ਚੀਜ਼ ਨੂੰ ਗੁੱਡਵਿਲ ਕਹਿੰਦੇ ਨੇ। ਸਪੋਜ਼ ਕਰੋ 10 ਲੱਖ ਦੇ ਐਸੈਟਸ ਸੀਗੇ ਅਤੇ ਆਪਾਂ 12 ਲੱਖ 'ਚ ਪਰਚੇਜ਼ ਕੀਤਾ। ਸੋ ਜਿਹੜਾ ਪਰਚੇਜ਼ ਮਾਈਨਸ ਐਸੈਟਸ ਦੀ ਵਿੱਚ ਕੀਮਤ ਆਈ 2 ਲੱਖ ਰੁਪਈਆ, ਉਹ ਕੀ ਆ, ਉਹ ਗੁੱਡਵਿਲ ਆ। ਜਿਹੜਾ A ਪਰਸਨ ਆ ਉਹ ਆਪਣੀ ਜੋ ਉਹਨੇ ਬਿਜ਼ਨਸ ਦੀ ਰੈਪੂਟੇਸ਼ਨ ਨੂੰ ਮੇਨਟੇਨ ਕੀਤਾ ਉਸ ਚੀਜ਼ ਨੂੰ ਉਹ ਵੇਚਦਾ ਵਾ ਕਿ ਦੇਖੋ ਮੇਰੀ ਮਾਰਕੀਟ ਬਣਾਈ ਆ, ਮੈਂ ਕਸਟਮਰਸ ਬਣਾ ਕੇ ਦਿੱਤੇ ਤੁਹਾਨੂੰ, ਮੇਰੇ ਬਿਜ਼ਨਸ ਦੀ ਬਹੁਤ ਵਧੀਆ ਇੱਕ ਗੁੱਡਵਿਲ ਆ ਮਾਰਕੀਟ ਦੇ ਅੰਦਰ। ਉਸ ਚੀਜ਼ ਨੂੰ ਪਰਚੇਜ਼ਡ ਗੁੱਡਵਿਲ ਕਹਿੰਦੇ ਜਦੋਂ ਆਪਾਂ ਉਹ A ਦਾ ਬਿਜ਼ਨਸ ਖਰੀਦਾਂਗੇ। ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਸ਼ਾਰਟ ਦੇ ਵਿੱਚ ਜਿਹੜੀ ਪਰਚੇਜ਼ ਗੁੱਡਵਿਲ ਆ ਉਹ ਜਦੋਂ ਆਪਾਂ ਚੱਲਦਾ ਚਲਾਇਆ ਬਿਜ਼ਨਸ ਖਰੀਦਦੇ ਹਾਂ ਕੋਈ ਕਿਸੇ ਹੋਰ ਪਰਸਨ ਦਾ, ਉਹਨੂੰ ਪਰਚੇਜ਼ ਗੁੱਡਵਿਲ ਕਹਿੰਦੇ ਨੇ। ਜਦੋਂ ਆਪਾਂ ਸੈਲਫ ਜਨਰੇਟਡ ਗੁੱਡਵਿਲ ਮੀਨਸ ਆਪਾਂ ਆਪਣਾ ਖੁਦ ਦਾ ਬਿਜ਼ਨਸ ਇਸਟੈਬਲਿਸ਼ ਕੀਤਾ, ਨਵਾਂ ਬਿਜ਼ਨਸ ਸਟਾਰਟ ਕੀਤਾ, ਹੌਲੀ ਲੋਕਾਂ ਨਾਲ ਕੰਟੈਕਟ ਕੀਤਾ, ਲੋਕ ਸਾਨੂੰ ਜਾਣਨ ਦੇ, ਸਾਡੇ ਬਿਜ਼ਨਸ ਨੂੰ ਜਾਣਦੇ ਨੇ ਅਤੇ ਸਾਡੇ ਪ੍ਰੋਫਿਟਸ ਹੌਲੀ ਇਨਕਰੀਜ਼ ਕਰਦੇ ਨੇ ਅਤੇ ਲੋਕਾਂ ਦੇ ਮਾਈਂਡ 'ਚ ਇਹ ਗੱਲ ਜਾਂਦੀ ਹੈ ਕਿ ਇਸ ਕੰਪਨੀ ਤੋਂ, ਇਸ ਸ਼ੌਪ ਤੋਂ ਬਹੁਤ ਵਧੀਆ ਪ੍ਰੋਡਕਟ ਮਿਲਦਾ। ਸੋ ਉਸ ਚੀਜ਼ ਨੂੰ ਕਹਿੰਦੇ ਆ ਸੈਲਫ ਜਨਰੇਟਡ ਗੁੱਡਵਿਲ। ਸੋ ਟਾਈਪਸ ਆਫ ਗੁੱਡਵਿਲ ਦੈਟ ਮੀਨਸ ਬੋਥ। ਕਲੀਅਰ। ਨੈਕਸਟ ਕੁਐਸਚਨ, super profit method is for a goodwill valuation। हाँ जी, super profit method ਆਪਾਂ ਤੁਹਾਨੂੰ ਪਤਾ ਹੈ ਕਿ ਗੁੱਡਵਿਲ ਦੇ ਚਾਰ ਮੈਥਡ ਨੇ, ਐਵਰੇਜ ਪ੍ਰੋਫਿਟ ਮੈਥਡ, ਵੇਟਡ ਐਵਰੇਜ ਪ੍ਰੋਫਿਟ ਮੈਥਡ, ਸੁਪਰ ਪ੍ਰੋਫਿਟ ਅਤੇ ਕੈਪੀਟਲਾਈਜ਼ ਮੈਥਡ। ਸੋ ਸੁਪਰ ਪ੍ਰੋਫਿਟ ਮੈਥਡ ਦਾ ਕਹਿੰਦਾ ਫਾਰਮੂਲਾ ਕੀ ਹੈ। ਜੇ ਬੇਸਿਕਲੀ ਤੁਸੀਂ ਇਸ ਚੈਪਟਰ ਨੂੰ ਕੀਤਾ ਹੈ ਤਾਂ ਤੁਹਾਨੂੰ ਆਲਰੇਡੀ ਦਿਮਾਗ 'ਚ ਆ ਜਾਊਗਾ ਕਿ ਸੁਪਰ ਪ੍ਰੋਫਿਟ ਇਕੁਅਲਸ ਟੂ ਸੁਪਰ ਪ੍ਰੋਫਿਟ ਮੈਥਡ ਦੇ ਅੰਦਰ ਗੁੱਡਵਿਲ ਦਾ ਕੀ ਫਾਰਮੂਲਾ ਵਾ, ਗੁੱਡਵਿਲ ਇਕੁਅਲਸ ਟੂ ਸੁਪਰ ਪ੍ਰੋਫਿਟ ਇਨਟੂ ਅ ਨੰਬਰ ਆਫ ਈਅਰਸ। ਇਹ ਐਵਰੇਜ ਪ੍ਰੋਫਿਟ ਦਾ ਮੈਥਡ ਦਾ ਫਾਰਮੂਲਾ ਵਾ, ਇਹ ਵੇਟਡ ਐਵਰੇਜ ਦਾ ਵਾ। ਸੋ ਇਹਦੇ ਵਿੱਚ ਨਹੀਂ ਗਾ, ਨਨ ਆਫ ਅਬਵ ਆਪਸ਼ਨ ਨਹੀਂ ਗੀ, ਜਿਹੜਾ ਆਪਣੇ ਕੋਲ ਆਪਸ਼ਨ ਅਵੇਲੇਬਲ ਆ ਸੁਪਰ ਪ੍ਰੋਫਿਟ ਇਨਟੂ ਆ ਨੰਬਰ ਆਫ ਈਅਰਸ। ਨੈਕਸਟ ਕੁਐਸਚਨ, ਇਫ ਦ ਅਮਾਊਂਟ ਆਫ ਦਾ ਸੁਪਰ ਪ੍ਰੋਫਿਟ ਇਜ਼ ਨੈਗੇਟਿਵ, ਹਾਂਜੀ ਵਟ ਡਜ਼ ਇਟ ਇੰਡੀਕੇਟਸ। ਤੁਸੀਂ ਬੁੱਕਸ ਦੇ ਵਿੱਚ ਕੁਐਸਚਨ ਸੋਲਵ ਕਰਦੇ ਹੋ, ਸੁਪਰ ਪ੍ਰੋਫਿਟ ਦੀ ਹਮੇਸ਼ਾ ਪੋਜ਼ੀਟਿਵ ਵੈਲਿਊ ਆਉਂਦੀ ਆ, ਬਟ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਇਹ ਇੰਪੋਰਟੈਂਟ ਹੈ ਕਿ ਮੰਨ ਲਓ ਕਿ ਜੇ ਆਪਣੀ ਸੁਪਰ ਪ੍ਰੋਫਿਟ ਦੀ ਵੈਲਿਊ ਨੈਗੇਟਿਵ ਆ ਜਾਵੇ ਤਾਂ ਕੀ ਹੋਊਗਾ, ਉਹ ਕੀ ਸ਼ੋ ਕਰਦਾ। ਕਿ ਵਟ ਡਜ਼ ਇਟ ਮੀਨਸ। ਦੇਖੋ ਜੇ ਸੁਪਰ ਪ੍ਰੋਫਿਟ ਹੀ ਨੈਗੇਟਿਵ ਆ ਗਿਆ ਦੈਟ ਮੀਨਸ ਸਾਨੂੰ ਪ੍ਰੋਫਿਟ ਨਹੀਂ ਹੋ ਰਹੇ। ਸੋ ਜਿਹੜੀ ਮਾਰਕੀਟ ਦੇ ਅੰਦਰ ਸਾਡੀ ਉਹਦੀ ਗੁੱਡਵਿਲ ਕੀ ਹੋਊਗੀ, ਦੇਅਰ ਇਜ਼ ਨੋ ਗੁੱਡਵਿਲ। ਸੋ ਆਪਣਾ ਆਨਸਰ ਕੀ ਹੋਊਗਾ, ਦੇਅਰ ਇਜ਼ ਨੋ ਗੁੱਡਵਿਲ। ਜੇ ਪ੍ਰੋਫਿਟ ਹੋਣਗੇ ਤਾਂ ਗੁੱਡਵਿਲ ਹੋਊਗੀ, ਰੈਪੂਟੇਸ਼ਨ ਹੋਊਗੀ। ਸੋ ਦੇਅਰ ਇਜ਼ ਨੋ ਗੁੱਡਵਿਲ। ਬੱਚੇ ਹੀ ਕਰਦੇ ਬੋਥ ਲਗਾ ਦਿੰਦੇ ਆ। ਬੋਥ ਤਾਂ ਇੱਕ ਇਹੋ ਜਿਹਾ ਵਰਡ ਆ ਕਿ ਉਹਨੂੰ ਲਗਾਉਣ ਤੋਂ ਪਹਿਲਾਂ ਆਪਾਂ ਨੂੰ ਬਹੁਤ ਵਾਰ ਸੋਚਣਾ ਚਾਹੀਦਾ, ਕਿਉਂਕਿ ਇੱਕ ਪੋਜ਼ੀਟਿਵ ਆ ਜਿਹੜਾ ਐਵਰੇਜ ਗੁੱਡਵਿਲ ਆ, ਇਹ ਆਪਾਂ ਨੂੰ ਪੋਜ਼ੀਟਿਵ ਸਾਈਨ ਦੇ ਰਿਹਾ ਕਿ ਕਿਤੇ ਪ੍ਰੋਫਿਟਸ ਹੋਊਗਾ, ਆਹ ਨੈਗੇਟਿਵ ਸਾਈਨ ਹੋਏਗਾ ਕਿ ਦੇਅਰ ਇਜ਼ ਨੋ ਗੁੱਡਵਿਲ। ਸੋ ਇਕੱਠੇ ਪੋਜ਼ੀਟਿਵ ਨੈਗੇਟਿਵ ਕਦੇ ਇਕੱਠੇ ਨਹੀਂ, ਜਾਂ ਤਾਂ ਪੋਜ਼ੀਟਿਵ ਹੁੰਦਾ ਜਾਂ ਨੈਗੇਟਿਵ ਹੁੰਦਾ। ਸੋ ਜਦੋਂ ਤੁਸੀਂ ਐਨਾਲਾਈਜ਼ ਕਰਕੇ ਆਨਸਰ ਦੋਗੇ, ਸੋ ਇੱਥੇ ਸੁਪਰ ਪ੍ਰੋਫਿਟ ਜੇ ਨੈਗੇਟਿਵ ਆਤਾ ਦੈਟ ਮੀਨਸ ਦੇਅਰ ਇਜ਼ ਅ ਨੋ ਗੁੱਡਵਿਲ। ਨੈਕਸਟ ਕੁਐਸਚਨ,
विच गुडविल इज़ रिकॉर्डेड इन द बुक्स ऑफ अकाउंट, वेरी वेरी इंपॉर्टेंट क्वेश्चन। परचेज गुडविल, सैल्फ जनरेटेड गुडविल या बोथ या नन ऑफ अबव। ਤੁਸੀਂ ਗੁਡਵਿਲ ਦੇ ਅੰਦਰ ਚੇਂजिंग प्रॉफिट शेयरिंग ਚੈਪਟਰ ਦੇ ਅੰਦਰ ਇਹ ਕੁਐਸਚਨਸ ਨੂੰ ਕੀਤਾ ਹੋਇਆ, ਪੜ੍ਹਿਆ ਹੋਇਆ ਬਟ ਆਪਾਂ ਜਦੋਂ ਆਬਜੈਕਟਿਵ ਟਾਈਪ ਕਰਦੇ ਹਾਂ ਤਾਂ ਕੁਐਸਚਨ ਦੇ ਵਿੱਚ ਪ੍ਰੈਜੈਂਟੇਸ਼ਨ ਇਸ ਤਰੀਕੇ ਦੀ ਹੁੰਦੀ ਹੈ ਕਿ ਆਪਾਂ ਕਨਫਿਊਜ਼ ਹੋ ਜਾਂਦੇ ਹਾਂ। ਸੋ ਕਹਿੰਦਾ ਵੀ ਕਿਹੜੀ ਗੁਡਵਿਲ ਹੈ ਜਿਹੜੀ ਬੁੱਕਸ ਦੇ ਅੰਦਰ ਰਿਕਾਰਡ ਹੁੰਦੀ ਹੈ, ਅਕਾਊਂਟਸ ਦੀਆਂ ਬੁੱਕਸ ਦੇ ਅੰਦਰ ਰਿਕਾਰਡ ਹੁੰਦੀ ਹੈ। ਤੁਸੀਂ ਦੇਖਣਾ ਜਦੋਂ ਵੀ ਆਪਾਂ ਨੂੰ ਬੈਲੈਂਸ ਸ਼ੀਟ ਦਿੱਤੀ ਹੁੰਦੀ ਹੈ ਉਹ 'ਤੇ ਇੱਥੇ ਐਸਟ ਸਾਈਡ ਗੁਡਵਿਲ ਦਿੱਤੀ ਹੁੰਦੀ ਹੈ। ਸੋ ਕਹਿੰਦੇ ਉਹ ਕਿਸ ਤਰੀਕੇ ਦੀ ਗੁਡਵਿਲ ਆ, ਉਹ ਕਿਹੜੀ ਗੁਡਵਿਲ ਹੁੰਦੀ ਹੈ, ਪਰਚੇਜ਼ ਗੁਡਵਿਲ ਹੁੰਦੀ ਹੈ, ਸੈਲਫ ਜਨਰੇਟਡ ਗੁਡਵਿਲ ਹੁੰਦੀ ਹੈ ਜਾਂ ਬੋਥ ਹੁੰਦੀ ਹੈ। ਸੋ ਇਹਦਾ ਆਨਸਰ ਧਿਆਨ ਨਾਲ ਸਮਝੋ ਕਿ ਜਦੋਂ ਵੀ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਆਪਾਂ ਕਿਸੇ ਬੰਦੇ ਦਾ ਬਿਜ਼ਨਸ ਨੂੰ ਪਰਚੇਜ਼ ਕਰਦੇ ਹਾਂ, ਜਦੋਂ ਆਪਾਂ ਬਿਜ਼ਨਸ ਪਰਚੇਜ਼ ਕਰਦੇ ਹਾਂ ਤਾਂ ਉਹ ਜਿੰਨਾ ਰੁਪਈਏ ਆਪਾਂ ਐਕਸਟਰਾ ਦਿੰਦੇ ਹਾਂ, ਸਪੋਜ਼ ਕਰੋ ਐਸੈਟਸ 10 ਲੱਖ ਦੇ ਸੀਗੇ, ਮੈਂ ਅੱਗੇ ਨੂੰ ਹੀ ਐਗਜ਼ਾਮਪਲ ਲੈਣਾ, ਅਤੇ ਆਪਾਂ ਬਿਜ਼ਨਸ ਨੂੰ ਪਰਚੇਜ਼ ਕੀਤਾ 12 ਲੱਖ ਦੇ ਵਿੱਚ, ਤਾਂ ਜਿਹੜਾ 2 ਲੱਖ ਰੁਪਈਆ ਆਪਾਂ ਐਕਸਟਰਾ ਦੇ ਰਹੇ ਹਾਂ ਨਾ, ਆਹ ਜਿਹੜਾ 2 ਲੱਖ ਰੁਪਈਆ ਆਪਾਂ ਐਕਸਟਰਾ ਦੇ ਰਹੇ ਹਾਂ ਇਹ ਆਪਣਾ ਕੀ ਆ, ਇਹ ਪਰਚੇਜ਼ ਗੁਡਵਿਲ ਆ। ਸੋ ਇਹ ਰਿਕਾਰਡ ਹੁੰਦੀ ਆਪਣੀ ਬੈਲੈਂਸ ਸ਼ੀਟ ਦੇ ਅੰਦਰ। ਸੋ ਪਰਚੇਜ਼ ਗੁਡਵਿਲ ਹਮੇਸ਼ਾ ਮਤਲਬ ਬੁੱਕਸ ਆਫ ਅਕਾਊਂਟਸ ਦੇ ਅੰਦਰ ਦਿਖਾਇਆ ਜਾਂਦਾ, ਸੈਲਫ ਜਨਰੇਟਡ ਗੁਡਵਿਲ ਨਹੀਂ ਦਿਖਾਈ ਜਾਂਦੀ ਕਿਉਂਕਿ ਉਹਨੂੰ ਆਪਾਂ ਨੂੰ ਵੈਲਿਊਏਸ਼ਨ ਦੀ ਲੋੜ ਹੀ ਨਹੀਂ ਪੈਂਦੀ। ਮੇਰਾ ਬਿਜ਼ਨਸ ਆ ਚੱਲੀ ਜਾ ਰਿਹਾ, ਉਹ ਉੱਦਾਂ ਹੀ ਚੱਲੀ ਜਾਊਗਾ, ਉੱਦਾਂ ਹੀ ਬੰਦ ਹੋ ਜਾਊਗਾ। ਜਦੋਂ ਆਪਾਂ ਬਿਜ਼ਨਸ ਨੂੰ ਵੇਚਣਾ, ਜਦੋਂ ਕੋਈ ਪਰਚੇਜ਼ ਕਰਦਾ ਤਾਂ ਉਹ ਆਪਣੇ ਅਕਾਊਂਟਸ ਦੇ ਵਿੱਚ ਰਿਕਾਰਡ ਕਰਦਾ ਕਿ ਮੈਂ ਇੰਨੇ ਦੀਆਂ ਮਤਲਬ ਇੰਨੇ ਦੀ ਗੁਡਵਿਲ ਪਰਚੇਜ਼ ਕੀਤੀ ਸੀਗੀ। ਸੋ 2 ਲੱਖ ਰੁਪਇਆ ਕਿ ਆਪਣਾ ਪਰਚੇਜ਼ ਗੁਡਵਿਲ ਆਊਗਾ। ਸੋ ਕਿਹੜੇ ਰਿਕਾਰਡ ਹੁੰਦਾ ਬੁੱਕਸ ਆਫ ਅਕਾਊਂਟਸ ਦੇ ਅੰਦਰ, ਪਰਚੇਜ਼ ਗੁਡਵਿਲ ਰਿਕਾਰਡ ਹੁੰਦੀ ਆ, ਸੈਲਫ ਜਨਰੇਟਡ ਗੁਡਵਿਲ ਨਹੀਂ ਰਿਕਾਰਡ ਹੁੰਦੀ। ਕਲੀਅਰ। ਨੈਕਸਟ ਕੁਐਸਚਨ, ਵੈਨ ਡਜ਼ ਨੀਡ ਅ ਵੈਲੂਏਸ਼ਨ ਆਫ ਅ ਗੁਡਵਿਲ। ਹਾਂਜੀ, ਕਦੋਂ ਜ਼ਰੂਰਤ ਪੈਂਦੀ ਆ ਆਪਾਂ ਨੂੰ ਗੁਡਵਿਲ ਦੀ, ਕਦੋਂ ਆਪਾਂ ਗੁਡਵਿਲ ਨੂੰ ਵੈਲੂਏਟ ਕਰਦੇ ਹਾਂ। ਸਪੋਜ਼ ਕਰੋ ਮੈਂ 2 ਐਗਜ਼ਾਮਪਲ ਦਿੰਦਾ, ਮੇਰਾ ਬਿਜ਼ਨਸ ਆ, ਮੈਂ ਹੀ ਇਸਟੈਬਲਿਸ਼ ਕੀਤਾ, ਉਹ ਚੱਲੀ ਹੋਈ ਜਾ ਰਿਹਾ, ਮਤਲਬ ਨਾ ਤਾਂ ਮੈਂ ਉਹਨੂੰ ਬਿਜ਼ਨਸ ਨੂੰ ਵੇਚਣ ਦੇ ਬਾਰੇ ਸੋਚ ਰਿਹਾ, ਨਾ ਹਜੇ ਬੰਦ ਕਰਨ ਦੇ ਬਾਰੇ ਸੋਚ ਰਿਹਾ। ਜਿੰਨੀ ਦੇਰ ਮੇਰਾ ਉਹ ਬਿਜ਼ਨਸ ਚੱਲੀ ਜਾਂਦਾ ਜਾਂ ਮੈਂ ਬੰਦ ਕਰਨ ਬਾਰੇ ਸੋਚ ਰਿਹਾ, ਉਨੀ ਦੇਰ ਮੈਨੂੰ ਗੁਡਵਿਲ ਦੀ ਵੈਲੂਏਸ਼ਨ ਮਤਲਬ ਗੁਡਵਿਲ ਕੈਲਕੂਲੇਟ ਕਰਨ ਦੀ ਜ਼ਰੂਰਤ ਨਹੀਂ ਪਊਗੀ। ਬਟ ਜਦੋਂ ਮੈਂ ਉਹੀ ਬਿਜ਼ਨਸ ਨੂੰ ਵੇਚਣਾ ਹੋਊਗਾ, ਮਤਲਬ ਕਿਸੇ ਹੋਰ ਪਰਸਨ ਨੂੰ ਮੈਂ ਆਪਣਾ ਬਿਜ਼ਨਸ ਵੇਚਣਾ ਚਾਹੁੰਦਾ, ਤਾਂ ਉਸ ਵਕਤ ਜਿਹੜੀ ਮੇਰੀ ਗੁਡਵਿਲ ਆ ਉਹ ਕੈਲਕੂਲੇਟ ਕੀਤੀ ਜਾਊਗੀ। ਸੋ ਇੱਥੇ ਧਿਆਨ ਨਾਲ ਸਮਝੋ। ਕਹਿੰਦੇ ਜਦੋਂ ਰਿਟਾਇਰਮੈਂਟ ਹੋਵੇ ਪਾਰਟਨਰ ਦੀ ਉਦੋਂ ਵੀ ਅਸੀਂ ਗੁਡਵਿਲ ਕੈਲਕੂਲੇਟ ਕਰਦੇ ਹਾਂ। ਸਪੋਜ਼ ਕਰੋ A, B ਅਤੇ C 3 ਪਾਰਟਨਰ ਨੇ ਮਿਲ ਕੇ ਬਿਜ਼ਨਸ ਸਟਾਰਟ ਕੀਤਾ, ਬੜੀ ਮਿਹਨਤ ਕੀਤੀ, ਬਿਜ਼ਨਸ ਪ੍ਰੋਫਿਟਸ 'ਚ ਜਾ ਰਹੇ ਨੇ, ਮਹੀਨੇ ਦਾ ਸਾਲ ਦਾ ਲੱਖਾਂ ਦਾ ਪ੍ਰੋਫਿਟ ਹੋ ਰਿਹਾ, ਤਿੰਨਾਂ ਦੀ ਇੱਕੋ ਜਿਹੀ ਮਿਹਨਤ ਆ ਬਿਜ਼ਨਸ ਦੇ ਅੰਦਰ। ਸੋ ਜਦੋਂ ਇੱਕ ਪਾਰਟਨਰ ਰਿਟਾਇਰ ਹੁੰਦਾ ਜਾਂ ਡੈਥ ਹੁੰਦਾ ਉਦੋਂ ਆਪਾਂ ਨੂੰ ਉਹਨੂੰ ਕੁਛ ਨਾ ਕੁਛ ਪੈਸੇ ਦੇ ਕੇ ਭੇਜਦੇ ਹਾਂ, ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਆਪਾਂ ਉਹਦੇ ਨਾਲ ਐਡਜਸਟਮੈਂਟ ਕਰਦੇ ਹਾਂ ਕਿ ਉਹਨੂੰ ਇਹਦਾ ਗਿਫਟ ਦੇ ਤੌਰ 'ਤੇ ਵੀ ਪੈਸੇ ਦਿੱਤੇ ਜਾਂਦੇ ਆ। ਸੋ ਉਹ ਜਿਹੜੇ ਪੈਸੇ ਦਿੱਤੇ ਜਾਂਦੇ ਨੇ ਉਸ ਮਤਲਬ ਇੱਕ ਤਰੀਕੇ ਦੀ ਗ੍ਰੈਚੁਇਟੀ ਦਿੱਤੀ ਜਾਂਦੀ ਆ, ਜਾਂ ਉਹਨੂੰ ਵਰਡ ਯੂਜ਼ ਕਰ ਸਕਦੇ ਹੋ। ਉਹ ਜਿਹੜੇ ਪੈਸੇ ਦਿੱਤੇ ਜਾਂਦੇ ਨੇ ਰਿਟਾਇਰਮੈਂਟ ਦੇ ਟਾਈਮ 'ਤੇ ਜਾਂ ਜਿਹੜਾ ਪਾਰਟਨਰ ਡੈਥ ਹੋ ਗਿਆ ਉਹਦੀ ਫੈਮਿਲੀ ਨੂੰ ਦਿੱਤੇ ਜਾਂਦੇ ਨੇ ਪੈਸੇ, ਉਹ ਕੀ ਹੁੰਦਾ, ਉਹ ਇੱਕ ਤਰੀਕੇ ਦਾ ਇਹ ਦਰਸਾਇਆ ਜਾਂਦਾ ਕਿ ਇਹ ਬੰਦੇ ਦੀ ਸਾਡੇ ਬਿਜ਼ਨਸ ਦੇ ਵਿੱਚ ਬਰਾਬਰ ਐਫਰਟਸ ਕੀਤੀਆਂ ਨੇ ਅਤੇ ਇਸ ਬੰਦੇ ਦਾ ਬਿਜ਼ਨਸ ਨੂੰ ਗਰੋਥ ਕਰਨ ਦੇ ਲਈ ਬੜਾ ਵੱਡਾ ਯੋਗਦਾਨ ਆ। ਤਾਂ ਸੋ ਉਸ ਟਾਈਮ ਆਪਾਂ ਉਹਦੀ ਗੁਡਵਿਲ ਜੋ ਉਸ ਟਾਈਮ ਕ੍ਰੀਏਟ ਕੀਤੀ ਹੁੰਦੀ ਆ, ਵੈਲੂਏਸ਼ਨ ਕੀਤੀ ਜਾਂਦੀ, ਉਹਦੀ ਕੈਲਕੂਲੇਟ ਕੀਤੀ ਜਾਂਦੀ ਆ। ਸੋ ਜਿੰਨੀ ਵੀ ਉਹਦੀ ਅਮਾਊਂਟ ਹੁੰਦੀ ਆ ਜੋ ਤਿੰਨੇ ਪਾਰਟਨਰਸ ਦਾ ਅਕੋਰਡਿੰਗ ਟੂ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਮੰਨ ਲਓ C ਪਾਰਟਨਰ ਦੀ ਇੱਥੇ ਡੈਥ ਹੋ ਗਈ ਤਾਂ C ਪਾਰਟਨਰ ਦਾ ਜਾਂ ਰਿਟਾਇਰ ਹੋ ਰਿਹਾ C ਪਾਰਟਨਰ, ਦੋਨਾਂ 'ਚੋਂ ਕੋਈ ਵੀ ਆਪਸ਼ਨ ਲੈ ਲਓ। ਜੇ ਰਿਟਾਇਰ ਹੋ ਰਿਹਾ ਜਾਂ ਡੈਥ ਵੀ ਹੋ ਰਹੀ ਆ ਤਾਂ C ਪਾਰਟਨਰ ਦਾ ਜਿੰਨਾ ਵੀ ਹਿੱਸਾ ਬਣੂਗਾ ਉਹ ਦੇ ਦਿੱਤਾ ਜਾਊਗਾ ਰਿਟਾਇਰਮੈਂਟ ਦੇ ਟਾਈਮ 'ਤੇ ਜਾਂ ਡੈਥ। ਜਾਂ ਫਿਰ ਨਵਾਂ ਪਾਰਟਨਰ ਆ ਰਿਹਾ, ਸਪੋਜ਼ ਕਰੋ ਇੱਥੇ D ਪਾਰਟਨਰ ਨਵਾਂ ਆ ਜਾਵੇ ਐਡਮਿਸ਼ਨ ਲੈਣ ਦੇ ਲਈ। ਹੁਣ ਦੇਖੋ ਇਹ ਤਿੰਨੇ ਬੰਦਿਆਂ ਨੇ 0 ਲੈਵਲ ਤੋਂ ਬਿਜ਼ਨਸ ਸਟਾਰਟ ਕੀਤਾ, ਅੱਜ ਉਹ ਬਿਜ਼ਨਸ ਗਰੋਥ ਕਰ ਰਿਹਾ ਲੱਖਾਂ ਦੇ ਲੈਵਲ 'ਤੇ, ਉਹਦੀ ਇਨਕਮ ਲੱਖਾਂ ਦੀ ਆ। ਸੋ D ਪਾਰਟਨਰ ਨਵਾਂ ਆਇਆ, ਉਹਨੂੰ ਆਉਂਦੇ ਹਰ ਮੰਥ ਲੱਖਾਂ ਰੁਪਈਆ ਥੋੜ੍ਹੀ ਨਾ ਮਿਲਣ ਲੱਗ ਜੂਗਾ, ਉਹਨੂੰ ਕੁਛ ਨਾ ਕੁਛ ਤਾਂ ਇਹਦੇ ਵੇਲੇ ਕੰਟਰੀਬਿਊਟ ਕਰਨਾ ਪੈਣਾ ਨਾ ਕਿ A, B, C ਨੇ ਜੋ ਬਿਜ਼ਨਸ ਖੜਾ ਕੀਤਾ ਇੰਨੇ ਵੱਡਾ ਲੈਵਲ 'ਤੇ ਉੱਪਰ, ਤਾਂ D ਨੂੰ ਉਹਨਾਂ ਤਿੰਨਾਂ ਨੂੰ ਕੁਛ ਤਾਂ ਦੇਣਾ ਪਊਗਾ ਨਾ। ਉਹ ਜਿਹੜੀ ਅਮਾਊਂਟ ਇਹਨਾਂ ਨੂੰ ਦਿੰਦਾ ਵਾ ਉਸ ਚੀਜ਼ ਨੂੰ ਗੁਡਵਿਲ ਕਹਿੰਦੇ ਨੇ। ਉਸ ਚੀਜ਼ ਨੂੰ ਉਹ ਕੈਲਕੂਲੇਟ ਕੀਤੀ ਜਾਂਦੀ ਆ ਕਿ ਅੱਜ ਸਾਡੇ ਬਿਜ਼ਨਸ ਦੀ ਇੰਨੀ ਕੀਮਤ ਬਣ ਰਹੀ ਆ, ਸੋ D ਤੋਂ ਉਹਦਾ ਬਣਦਾ ਹਿੱਸਾ ਲਿਆ ਜਾਂਦਾ। ਸੋ ਚਾਹੇ ਰਿਟਾਇਰਮੈਂਟ ਹੋਵੇ, ਚਾਹੇ ਡੈਥ ਹੋਵੇ, ਚਾਹੇ ਐਡਮਿਸ਼ਨ ਹੋਵੇ, ਚਾਹੇ ਪਾਰਟਨਰਸ ਆਪ ਹੀ ਰੇਸ਼ੋਜ਼ ਨੂੰ ਚੇਂਜ ਕਰਨ ਦੇ ਮੂਡ 'ਚ ਹੋਣ ਕਿ ਅਸੀਂ 5-3-2 ਆ ਹੁਣ ਇਕੁਅਲੀ ਕਰਨਾ ਚਾਹੁੰਦੇ ਜਾਂ ਇਕੁਅਲੀ ਆ ਤਾਂ 2-4-1 ਕਰਨਾ ਚਾਹੁੰਦੇ, ਰੇਸ਼ੋਜ਼ ਚੇਂਜ ਕਰਨਾ ਚਾਹੁੰਦੇ ਨੇ। ਸੋ ਉਸ ਲੈਵਲ 'ਤੇ ਗੁਡਵਿਲ ਦੀ ਵੈਲਿਊਏਸ਼ਨ ਕੀਤੀ ਜਾਂਦੀ ਹੈ। ਸੋ ਇੱਥੇ ਇਸ ਕੁਐਸਚਨ ਦੇ ਅਕੋਰਡਿੰਗ ਇਹਦਾ ਆਂਸਰ ਆ ਉਹ ਕੀ ਆ, ਬੋਥ। ਨੈਕਸਟ ਕੁਐਸਚਨ, ਵਿਚ ਫੈਕਟਰਸ ਅਫੈਕਟਿੰਗ ਦਾ ਵੈਲਿਊਏਸ਼ਨ ਆਫ ਗੁਡਵਿਲ। ਹਾਂਜੀ, ਕਿਹੜੇ ਚੀਜ਼ਾਂ ਇਫੈਕਟ ਕਰਦੀਆਂ
बिजनेस की गुडविल नूं। सो किहड़ियां चीज़ां, क्वालिटी ऑफ द प्रोडक्ट, लोकेशन ऑफ द बिजनेस या एफिशिएंट मैनेजमेंट। सो थोड़ा जिहा जे तुसीं एनालाइज करो जिहड़ी गुडविल आ बिजनेस की, उहदा मतलब की है जे तुसीं एनालाइज करो। गुडविल मीनस रैपूटेशन। हुण रैपूटेशन कित्थों बनदी आ? रैपूटेशन कित्थों बनती है बिजनेस की? जे आपां एक वधिया क्वालिटी का प्रोडक्ट मार्केट दे विच लोकां नूं अवेलेबल करवाउने आ। सो ये ऑप्शन सही आ। हाँ, जे बिजनेस एक वधिया लोकेशन ते होवे, हुण जे असीं बिजनेस खोलिया होवे उस जगह ते जिथे लोग ही ना रहिंदे होण या बहुत घੱਟ रहिंदे होण, तां साडे बिजनेस की जिहड़ी गुडविल होगी वो 2 4 10 लोगों तक होगी जिहड़े उत्थे रहिंदे ने। बट जे साडे बिजनेस की लोकेशन बड़ी वधिया वा, जिथे बहुत सारे लोग विचरदे ने, देखते ने, साडे प्रोडक्ट नूं भी खरीदते हैं, सो उस जगह के उपर साडे बिजनेस लोकेशन ऑफ बिजनेस नाल भी साडे बिजनेस की जिहड़ी गुडविल आ इनक्रीज़ करती है। एफिशिएंट मैनेजमेंट, जे मैनेजमेंट की डिसीजन मेकिंग सही आ, बहुत ढंग नाल बहुत वधिया ढंग नाल बिजनेस नूं चला रही आ, तां भी साडे बिजनेस की जिहड़ी फैक्टर्स इफेक्टिव मतलब ये चीज़ां प्रभावित करदियां साडे बिजनेस नूं। सो ऑप्शन की आ? ऑल ऑफ अबव। नैक्सट क्वेश्चन, विच मैथड ऑफ द वैल्यूएशन ऑफ द गुडविल। हाँ जी, किहड़े मैथड ने वैल्यूएशन ऑफ गुडविल? हाँ जी, जे तुसीं देखोगे सुपर प्रॉफिट मैथड भी है, कैपिटलाइज मैथड भी है, तो एवरेज मैथड भी है। सो ये तिन्ने मैथड ने। सो इत्थे जिहड़ा करेक्ट आंसर आ जाऊगा कि आ ऑल ऑफ ऑप्शंस, मतलब सारे ऑल ऑफ अबव। नैक्सट क्वेश्चन, वैन द सैक्रीफाइस रेशो इज़ यूज्ड। कदों सैक्रीफाइजिंग रेशो यूज़ होंदी है? ये भी बड़ा इंपॉर्टेंट है। सैक्रीफाइजिंग गेनिंग दे विच बच्चे बहुत कन्फ्यूज होंदे ने। ध्यान लगा समझो। देखो, जदों 2 पार्टनर ने बिजनेस कर रहे हैं, आप इत्थे एग्जाम्पल के तौर पर लैके समझने की कोशिश करते हैं। ए ते बी पार्टनर ने बिजनेस चला रहे हैं, बड़ा सोहना बिजनेस चल रहा है इन्हां दा। सी बंदा नवा आया, सी कहता जी मैनू बिजनेस ऐड करो। हुण ये दोनों परसनस नूं लख रुपया प्रॉफिट हो रहा। दैट मीनस 50,000 रुपया ये कमा रहा महीने का, तो 50,000 रुपया ये कमा रहा। सो जदों ये बिजनेस दे विच चला रहे हैं, बिजनेस बड़ा सोहना बिजनेस चल रहा है, दोनों पार्टनर 50,000 रुपये वंडदे आ, जे 1 लाख रुपया प्रॉफिट हो रहा। बट सी आ गया, कहता जी मैनू भी ऐड करो, मैं भी बिजनेस थोड़ा पार्टनर बनना चाहुंदा। जदों ये आके पार्टनर बनूगा तो जिहड़ा प्रॉफिट आ वो वंडिया जाऊगा 3 लाइनां दे विच। सपोज करो इक्वली वंडदे आ 1-1-1, तो इनू 30,000 जाऊ, इनू 30,000 जाऊ। सो इनू भी 30,000 जाऊ, मन के चलते कि 90,000 प्रॉफिट आ। सो जिहड़ा प्रॉफिट का मार्जन आ वो पहलां नालों ए ते बी दे विच घट जूगा। जिथे 50,000 सी हुण 30-30 35,000 आ जाऊगा। सो सैक्रीफाइस कर रहे, वो घाटा खा रहे हैं, थोड़ा जिहा घटना सैक्रीफाइस कहते। आपकी जेब चों किसी नूं कुछ देना उन्होंने सैक्रीफाइस कहते हैं। सो सैक्रीफाइस रेशो कित्थे कैलकुलेट की जाती है? सैक्रीफाइस रेशो कित्थे कैलकुलेट की जाती है? शायद थोड़ा ऑप्शनस के आंसर क्लीयर हो गया, बट मैं थोड़ा जिहा होर एक्सप्लेन करदा बी ते सी पॉइंट नूं। डेजोल्यूशन ऑफ पार्टनरशिप एग्रीमेंट ते डेजोल्यूशन ऑफ पार्टनरशिप फर्म, इह की फर्क है? पार्टनरशिप फर्म द डेजोल्यूशन मतलब बंद होना, खत्म होना। जदों पार्टनरशिप फर्म खत्म होगी उदों तो सारा कुछ ही खत्म हो गया, सारा कुछ ही। पार्टनरशिप टुट गई, बिजनेस क्लोज हो गया, जो भी सी एसेट्स लायबिलिटी फिनिश हो गया, बिजनेस खत्म हो गया, बंद हो गया बिजनेस। बट जदों पार्टनरशिप एग्रीमेंट डेजोल्यूशन होया, खत्म होया, उदों बिजनेस नहीं बंद होंदा। ये गल याद रखियो। सिर्फ पार्टनर्स दे विच एग्रीमेंट खत्म होंदा, वर्ड नहीं याद रखियो। ध्यान ना देख लियो कि एग्रीमेंट लिखा कि फर्म लिखा। डेजोल्यूशन ऑफ पार्टनरशिप एग्रीमेंट लिखा, तो दैट मीनस सिर्फ एग्रीमेंट खत्म हो रहा। पार्टनर्स हो सकता वो एग्रीमेंट दोबारा बन जाए, पर बिजनेस चली जाता। बट पार्टनरशिप फर्म खत्म होने के नाल, डेजोल्यूशन होने के नाल फर्म ही बंद हो जाती है, सारा कुछ खत्म हो जाता। बट इतने सैक्रीफाइजिंग गेनिंग की गल की गई है। सो मैं ऑलरेडी दस चुका कि जो नवा पार्टनर आता उदों सैक्रीफाइजिंग गेनिंग कैलकुलेट किया जाता। नैक्सट क्वेश्चन, ओल्ड रेशो, ओल्ड प्रॉफिट शेयरो माइनस न्यू प्रॉफिट रेशो। ओल्ड माइनस न्यू, हुण पहला मेरा हिस्सा 5 सी प्रॉफिट दे विच 5 रुपये कमा रहा सीगा, हुण मैं 3 रुपये कमा रहा। ओल्ड माइनस न्यू। सो पहला 5 रुपये कमा रहा सी, ध्यान नाल समझो, हुण मैं 3 रुपये कमा रहा, तो मैनू फायदा हो रहा है, नुकसान हो रहा? मैनू हो रहा जी लॉस। लॉस नहीं इत्थे कहना, इत्थे दैट मीनस मैं की कर रहा वां, सैक्रीफाइस कर रहा। हमने जो ऑप्शन देखो, सैक्रीफाइस कर रहे हैं। क्लीयर? हुण मन के चलो मैं दूसरी एग्जांपल ना, मैं 5 रुपये कमा रहा सीगा, हुण मैं 7 रुपये कमाउण लग जा। देखण नूं इत्थे नैगेटिव साइन आ जाऊगा कि ओल्ड माइनस न्यू -2 आ गया। बट जो अपने अकाउंटिंग के अंदर पार्टनरशिप चैप्टर के अंदर जो भी नैगेटिव आता साइन, ओल्ड माइनस न्यू असल समझण की गल है। जे आप इसे मैथड के अकॉर्डिंग करिए, ओल्ड माइनस न्यू करांगे तो जो नैगेटिव आता वो की आ,
गेन आ। वैसे जो न्यू माइनस ओल्ड करोगे तो सानू गेन हो रहा कि पहला न्यू माइनस ओल्ड करोगे मीनस असी हुण 7 रुपये कमा रहे हैं, पहला 5 रुपये कमाते सीगे तो सानू की हो रहा 2 रुपये का फायदा हो गया, मतलब गेन हो गया। सो इस क्वेश्चन के अकॉर्डिंग ओल्ड माइनस न्यू रेशो पूछी गई है, सो आंसर की सैक्रीफाइसिंग रेशो। क्लीयर। नैक्सट क्वेश्चन, अ न्यू पार्टनर कैन बी एडमिटेड इन द फर्म। हाँ जी, नवा पार्टनर फर्म के अंदर कदों एडमिट किया जाता? ऑल द पार्टनर्स एग्री, सम पार्टनर्स एग्री, या डोरमेंट पार्टनर्स एग्रीमेंट, या नॉन ऑफ बोथ। सो जो सारे पार्टनर्स एग्री कर जाते हैं उदों असी नवा पार्टनर लैके आ सकते हैं। इदा नहीं कि कुछ पार्टनर मान रहे कुछ नहीं मान रहे, तो सो असी उन्होंने पार्टनर नहीं बना सकते जब तक कि सारे पार्टनर एग्री नहीं हो जाते। नैक्सट क्वेश्चन, इन विच रेशो प्रॉफिट और लॉस रिवैल्यूएशन इज शेयर्ड बाय द ओल्ड पार्टनर्स। वेरी वेरी इंपॉर्टेंट क्वेश्चन। इतने क्वेश्चन आप होर डिस्कस कर लिया। क्वेश्चन के अंदर रिवैल्यूएशन अकाउंट है जोड़ा वो एक तरीके का, देखो 3 टाइप्स ऑफ अकाउंट आ। ये रिवैल्यूएशन अकाउंट की है, एक तरह का नॉमीनल अकाउंट आ, नॉमीनल अकाउंट। सो नॉमीनल अकाउंट आ रिवैल्यूएशन अकाउंट। सो दूसरी ये अंदर रिवैल्यूएशन अकाउंट आप इदा बनाने, ये अंदर आप एसट्स ते लाइबिलिटीज़ नू रीवैल्यूड करके पाने, वो तुसी चैप्टर के अंदर डिस्कस किया, आने वाले वीडियोज़ के अंदर भी आप डिस्कस करांगे। सो रिवैल्यूएशन अकाउंट बनाया जाता है, नॉमिनल अकाउंट कहते हैं। सो इत्थे क्वेश्चन पूछा गया, इन विच रेशो द प्रॉफिट और लॉस ऑन रिवैल्यूएशन इज शेयर्ड बाय द ओल्ड पार्टनर्स। हाँ जी, जेडे ओल्ड पार्टनर्स ने जो आप रिवैल्यूएशन अकाउंट बनाया उदों जो सानू प्रॉफिट होया या लॉस होया उन्होंने आप किहड़ी रेशो च बनते हैं। सो ओल्ड पार्टनर्स ने न्यू पार्टनर के आने तो पहला बनता वा, सो वो ओल्ड रेशो च ही डिस्ट्रीब्यूट किया जाता। सो इत्थे की आंसर आ ओल्ड रेशो न्यू रेशो इक्वली। सो बेसिकली अपना आंसर ओल्ड पार्टनर्स को ओल्ड रेशो के डिस्ट्रीब्यूट कर दिता जाता। नैक्सट क्वेश्चन, वैन अ पार्टनर डज ब्रिंग अ कैश फॉर अ गुडविल एन अकाउंट इज रेज्ड एट। यस, वो कहता कि जो पार्टनर डज अ कैश फॉर अ गुडविल, जो पार्टनर मतलब बिजनेस अंदर कैश लेके आ रहा है, अकाउंट इज रेज्ड एट न्यू प्रॉफिट शेयरिंग रेशो के अंदर, ओल्ड प्रॉफिट शेयरिंग वैल्यू के अंदर, या प्रॉफिट शेयरिंग के अंदर, या नन ऑफ अबव। सो ये करैक्ट आंसर है वो क्या, न्यू प्रॉफिट शेयरिंग के अंदर आपां वो बंदा जिहड़ा अपना हिस्सा लैके आउंदा वा। नैक्सट क्वेश्चन, वैन पार्टनर डिसाइड टू शो द एसेट्स एंड लाइबिलिटीज एट अ ओल्ड वैल्यू विच अकाउंट इज ओपन। हाँ जी, जो कहते पार्टनर्स ये डिसाइड कर लेंगे कि असी अपने एसेट्स ते लाइबिलिटीज़ नूं पुरानी रेशो च ही दिखाना, पुरानी वैल्यू च ही दिखाना, उस टाइम असी किहड़ा अकाउंट ओपन करते हैं। वेरी वेरी इंपॉर्टेंट क्वेश्चन। उस टाइम असी किहड़ा अकाउंट ओपन करते हैं, मैमोरेंडम ऑफ रिवैल्यूएशन अकाउंट, कैपिटल अकाउंट, प्रॉफिट एंड लॉस एप्रोप्रिएट अकाउंट, या नन ऑफ अबव। जो पार्टनर्स कह देंगे आ कि ठीक है असी एसेट्स नूं रीवैल्यूड कर लांगे, जो भी होया हिस्सा असी वंड लांगे, बट असी एसेट्स ते लाइबिलिटीज़ जिहड़ियां दिखाउणियां वा उसी ओल्ड वैल्यू च ही दिखाउणियां। सो उदों असी किहड़ा अकाउंट ओपन करते हैं, मैमोरेंडम ऑफ रिवैल्यूएशन अकाउंट। नैक्सट क्वेश्चन, द वैल्यू ऑफ द गुडविल इज़ नॉट नैसेसरी फॉर अ सोल ट्रेडिंग। हाँ जी, वो ऑलरेडी कर चुके हैं कि आपां किहड़े बिजनेस के अंदर ਆਪਾਂ ਨੂੰ क्यों नहीं जरूरत पैंदी जो सोल ट्रेडिंग होंदी है। मतलब एक बंदा बिजनेस चला रहा, मैं तुहानूं दस्सिया सी कि मैं ही बिजनेस चला रहा तो मैनूं गुडविल कैलकुलेट करने की क्यों जरूरत नहीं पऊगी, कदों जरूरत पऊ या क्यों जरूरत नहीं पऊगी। सो इन्हां च ऑप्शन चो देखो, ऑन द क्लोजिंग ऑफ द फर्म, ऑन द मेकिंग ऑफ अ पार्टनर, ऑन द सेलिंग ऑफ द फर्म, या नन ऑफ अबव। कहता द वैल्यूएशन ऑफ गुडविल इज़ नॉट नैसेसरी, कदों आपां नूं गुडविल कैलकुलेट करने की जरूरत नहीं पऊगी। देखो जे मैं नवा पार्टनर बनाना तो मैं पार्टनर तो गुडविल लैनी आ, सो इत्थे सानूं कैलकुलेट करने की जरूरत पऊगी। सो बट उत्थे उन्हें पूछा नॉट नैसेसरी भी किहड़े च नहीं लोड़ पऊगी। सो इत्थे पऊगी जरूरत, जब बिजनेस नूं बेचना फिर भी जरूरत पऊगी, बट जे असीं बिजनेस नूं बंद करना तो सानूं जरूरत ही नहीं गुडविल कैलकुलेट करने की, साडा बिजनेस सीगा असीं बंद करता। सो नैक्सट क्वेश्चन, द प्रॉफिट ऑफ द लास्ट 3 ईयर्स, द प्रॉफिट ऑफ द लास्ट 3 ईयर्स 42,000, 39,000 and 45,000. So कहना find out the value of the goodwill for a number of year purchase of the profit method। सब तो सौखा एक प्रैक्टिकल क्वेश्चन लिया गया ये अंदर। सो ये अंदर की होगा कि तुसी कैलकुलेट करना वा, जो तुसी कैलकुलेट करोगे इस चीज़ नूं तो देखोगे कि अपना फॉर्मूला जी सारे बच्चों नूं याद आ, तो ऑप्शन थोड़े सामने तुसी कुछ आंसर कैलकुलेट करके देखो कि ਇਹਦਾ कितना ऑप्शन आना। सो जे तुहानूं फॉर्मूला याद आ प्रॉफिट एवरेज प्रॉफिट मैथड का, सो तुसी ईजिली कैलकुलेट कर लोगे। ध्यान नाल देखो, जो तुसी इत्थे कैलकुलेट करने की कोशिश करोगे
ਦਾ 42,000 39,000 ਤੇ 45,000। ਸੋ 3 ਈਅਰਸ ਪ੍ਰੋਫਿਟ ਆ ਉਹਨੂੰ ਪਲੱਸ ਕਰ ਦੋਗੇ ਤੇ ਨੰਬਰ ਆਫ ਈਅਰਸ ਪਰਚੇਜ਼ ਦੇ ਨਾਲ ਮਲਟੀਪਲਾਈ ਕਰ ਦੋਗੇ। ਸੋ ਜਿਹੜਾ ਤੁਹਾਡਾ ਕਰੈਕਟ ਆਂਸਰ ਆ ਉਹ ਆ ਜਾਊਗਾ 84,000। ਕਲੀਅਰ? ਆਈ ਹੋਪ ਤੁਹਾਡਾ ਆਂਸਰ ਸਹੀ ਹੋਊਗਾ। ਨੈਕਸਟ ਕੁਐਸਚਨ ਤੁਸੀਂ ਕੈਲਕੂਲੇਟ ਕਰਕੇ ਦੇਖੋਗੇ ਇਸ ਚੀਜ਼ ਨੂੰ। What do you mean by a super profit? Average profit minus normal profit, total profit into a number of years purchase, या average profit plus normal profit, या none of above। सो जे थोड़ा super profit method के steps याद ने, सो जो correct answer है easiest way the average profit minus normal profit। Next question, the excess of a average profit over the normal profit। Again same question लिखने का तरीका बदल गया। सो इस चीज़ को की कहते हैं? ਹੁਣ देखो क्वेश्चन दो तरीके आ सकता, ਜਾਂ ਤਾਂ ਥੱਲੇ ਫਾਰਮੂਲਾ ਪੁੱਛ ਲੈਂਦਾ ਜਾਂ ਫਿਰ ਫਾਰਮੂਲਾ ਪਾ ਕੇ ਪੁੱਛ ਲੈਂਦਾ ਕਿ ਕਿਹੜਾ ਕਿਹਦਾ ਫਾਰਮੂਲਾ ਵਾ। ਕਹਿੰਦੇ ਜੇ ਐਵਰੇਜ ਪ੍ਰੋਫਿਟ ਤੋਂ ਉੱਪਰੋਂ ਉਹ ਐਕਸੈਸ ਓਵਰ ਮਤਲਬ ਵੱਧ ਜਾਣਾ, ਮਤਲਬ ਨਾਰਮਲੀ ਇਹ ਗੱਲ ਲਿਖੀ ਹੋਈ ਆ ਕਿ ਐਵਰੇਜ ਪ੍ਰੋਫਿਟ ਮਾਈਨਸ ਨਾਰਮਲ ਪ੍ਰੋਫਿਟ। ਸੋ ਤੁਸੀਂ ਹੁਣੀ ਕਰਕੇ ਹਟੇ ਹੋ, ਇਹਦਾ ਆਨਸਰ ਕੀ ਆ ਜਾਊਗਾ? ਸੁਪਰ ਪ੍ਰੋਫਿਟ। ਨੈਕਸਟ ਕੁਐਸਚਨ, weighted average method is calculating the goodwill is used when। ਕਦੋਂ goodwill weighted average method यूज़ किया ਜਾਂਦਾ? very important question। ਜਦੋਂ ਪ੍ਰੋਫਿਟਸ ਇਨਕਰੀਜ਼ ਕਰਦੇ ਆ ਡਿਕਰੀਜ਼ ਕਰਦੇ ਆ ਜਾਂ ਨਨ ਆਫ, ਜਦੋਂ ਪ੍ਰੋਫਿਟਸ ਦੇ ਵਿੱਚ ਫਲਕਚੁਏਸ਼ਨ ਹੋ ਰਹੀ ਹੋਵੇ ਉਸ ਟਾਈਮ ਆਪਾਂ ਇਸ ਮੈਥਡ ਨੂੰ ਯੂਜ਼ ਕਰਦੇ ਹਾਂ। ਫਲਕਚੁਏਸ਼ਨ ਮਤਲਬ ਵੱਧਦੇ ਘਟਦੇ ਹੋਣ, ਇਨਕਰੀਜ਼ ਕਰ ਰਹੇ ਹੋਣ ਜਾਂ ਫਿਰ ਡਿਕਰੀਜ਼ ਕਰਦੇ ਹੋਣ। ਸੋ ਇਹਦਾ ਆਨਸਰ ਕਰੈਕਟ ਆਨਸਰ ਕੀ ਆ? ਬੋਥ। ਵੇਟਡ ਐਵਰੇਜ ਮੈਥਡ ਉਦੋਂ ਲਗਾਇਆ ਜਾਂਦਾ ਜਦੋਂ ਸਾਡੇ ਪ੍ਰੋਫਿਟਸ ਕੀ ਆ ਇਨਕਰੀਜ਼ ਵੀ ਕਰ ਰਹੇ ਨੇ ਡਿਕਰੀਜ਼ ਵੀ ਕਰ ਰਹੇ ਨੇ, ਬੋਥ ਟ੍ਰੈਂਡਸ ਦੇ ਵਿੱਚ ਚੱਲ ਰਿਹਾ ਵਾ। ਸੋ ਅਸੀਂ ਉਦੋਂ ਵੇਟਡ ਐਵਰੇਜ ਮੈਥਡ ਯੂਜ਼ ਕਰਦੇ ਹਾਂ। ਨੈਕਸਟ ਕੁਐਸਚਨ, ਦ ਮੋਨਟਰੀ ਵੈਲਿਊ ਆਫ ਦ ਰੈਪੂਟੇਸ਼ਨ ਆਫ ਦ ਬਿਜ਼ਨਸ ਇਜ਼ ਕਾਲਡ। ਹਾਂਜੀ ਕਹਿੰਦੇ ਜਿਹੜਾ ਆਪਣਾ ਮੋਨਟਰੀ ਵੈਲਿਊ ਬਿਜ਼ਨਸ ਦੀ ਰੈਪੂਟੇਸ਼ਨ ਨੂੰ ਆਪਾਂ ਕੀ ਕਹਿੰਦੇ ਆ? ਆਪਾਂ ਆਲਰੇਡੀ ਗੁੱਡਵਿਲ ਤੁਹਾਨੂੰ ਪਤਾ ਹੈ ਕਿ ਚੈਪਟਰ ਯੂਜ਼ ਕਰ ਰਹੇ ਹਾਂ। ਸੋ ਗੁੱਡਵਿਲ ਕਹਿੰਦੇ ਨੇ ਰੈਪੂਟੇਸ਼ਨ ਆਫ ਦ ਬਿਜ਼ਨਸ ਨੂੰ ਆਪਣੇ ਅਕਾਊਂਟਿੰਗ ਟਰਮਸ ਦੇ ਅੰਦਰ। ਨੈਕਸਟ, when the valuation of the goodwill is not given at the time of the admission of a new partner। ਕਹਿੰਦੇ ਜਦੋਂ ਨਵਾਂ ਗੁੱਡਵਿਲ ਆਪਾਂ ਨੂੰ ਨਹੀਂ ਦੇ ਦਿੱਤੀ ਹੁੰਦੀ, ਕੁਐਸਚਨ ਦੇ ਅੰਦਰ ਗਿਵਨ ਨਹੀਂ ਹੁੰਦੀ, ਜਦੋਂ ਨਵਾਂ ਪਾਰਟਨਰ ਆਉਂਦਾ ਵਾ, it is inferred from the capital of a new firm profit sharing ratio the concept is called। ਫਿਰ ਉਹਨੂੰ ਆਪਾਂ ਕੀ ਕਰਦੇ ਹਾਂ? ਉਹਦੀ ਕੈਪੀਟਲ ਦੇ ਵਿੱਚੋਂ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਨੂੰ ਲੈ ਕੇ। ਸੋ ਉਸ ਕਨਸੈਪਟ ਨੂੰ ਕੀ ਕਹਿੰਦੇ ਨੇ? ਹਿਡਨ ਗੁੱਡਵਿਲ, ਪਰਚੇਜ਼ ਗੁੱਡਵਿਲ, ਐਵਰੇਜ ਗੁੱਡਵਿਲ ਜਾਂ ਨਨ ਆਫ ਅਬਵ। ਜੇ ਤੁਸੀਂ ਇਹ ਥੋੜ੍ਹਾ ਜਿਹਾ ਵੀ ਕਨਸੈਪਟ ਕੀਤਾ ਹੈ ਤਾਂ ਤੁਹਾਨੂੰ ਪਤਾ ਹੋਊਗਾ ਕਿ ਜਦੋਂ ਵੀ ਕੈਪੀਟਲ ਦੇ ਵਿੱਚੋਂ ਗੁੱਡਵਿਲ ਨੂੰ ਕੈਲਕੂਲੇਟ ਕੀਤਾ ਜਾਂਦਾ ਉਹ ਕੀ ਆ? ਕੈਪੀਟਲ ਦੇ ਵਿੱਚੋਂ ਸਾਰੇ ਐਸੈਟਸ ਲਾਇਬਿਲਿਟੀਜ਼ ਨੂੰ ਮਾਈਨਸ ਕਰਕੇ ਜੋ ਪੈਸਾ ਸਾਡਾ ਬਚ ਜਾਂਦਾ ਵਾ ਉਸ ਚੀਜ਼ ਨੂੰ ਹਿਡਨ ਗੁੱਡਵਿਲ ਕਹਿੰਦੇ ਨੇ। ਸਪੋਜ਼ ਕਰੋ ਏ ਪਾਰਟਨਰ, ਮੈਂ ਇੱਥੇ ਜ਼ਿਆਦਾ ਡਿਫਾਈਨ ਨਹੀਂ ਕਰੂੰਗਾ, ਏ ਤੇ ਬੀ ਪਾਰਟਨਰ ਆ, ਸੀ ਨਵਾਂ ਆ ਰਿਹਾ, ਸੀ ਦੀ ਜੋ ਆਪਾਂ ਨੂੰ ਸ਼ੇਅਰਿੰਗ ਦਿੱਤੀ ਹੁੰਦੀ ਆ ਉਸ ਅਕੋਰਡਿੰਗ ਇਹਦੀ ਕੈਪੀਟਲ 5 ਲੱਖ ਆ, ਇਹਦੀ 3 ਲੱਖ ਆ। ਸੋ ਇਹਦੀ ਆਪਣੀ ਕੈਪੀਟਲ ਆ ਜਿਹੜੀ 2 ਲੱਖ ਰੁਪਈਆ ਵਾ, ਔਰ ਬਟ ਉਹ ਲੈ ਕੇ ਜਿਹੜੀ ਆਪਾਂ ਇਹਦੀ ਗੁੱਡਵਿਲ ਨੂੰ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੈਪੀਟਲ ਨੂੰ ਰਾਊਂਡ ਆਫ ਕਰਕੇ। ਸੋ ਜਦੋਂ ਤੁਸੀਂ ਪ੍ਰੈਕਟੀਕਲੀ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਆ ਇਹਨਾਂ ਤਿੰਨਾਂ ਦਾ ਜੋੜ ਬਣ ਗਿਆ 10 ਲੱਖ। ਬਟ ਸਾਨੂੰ ਉਸ ਜਦੋਂ ਅਸੀਂ ਉਹਦੀ ਸੀ ਦੀ ਕੈਪੀਟਲ ਦੇ ਨਾਲ ਅਸੀਂ ਉਹਨੂੰ ਕੈਲਕੂਲੇਟ ਕੀਤਾ ਟੋਟਲ ਕੈਪੀਟਲ ਕੈਲਕੂਲੇਟ ਕੀਤੀ ਤਾਂ 12 ਲੱਖ ਰੁਪਈਆ ਬਣਿਆ। ਸੋ ਜਿਹੜਾ 2 ਲੱਖ ਰੁਪਈਆ ਐਕਸਟਰਾ ਵਾ ਉਹ ਕੀ ਆ? ਹਿਡਨ ਗੁੱਡਵਿਲ। ਸੋ ਇਹ ਬੇਸਿਕਲੀ ਜਦੋਂ ਪ੍ਰੈਕਟੀਕਲ ਕੁਐਸਚਨ ਕਰੋਗੇ ਤੁਹਾਨੂੰ ਜ਼ਿਆਦਾ ਸਮਝ ਲੱਗੂਗਾ। ਇਹਦੇ ਰਿਲੇਟਡ ਇੱਕ ਵੀਡੀਓਜ਼ ਵੀ ਬਣੀਆਂ ਹੋਈਆਂ ਹਿਡਨ ਗੁੱਡਵਿਲ ਕੈਲਕੂਲੇਟ ਕਰਨ ਕਿਵੇਂ ਕੀਤੀ ਜਾਂਦੀ ਆ। ਸੋ ਤੁਸੀਂ ਉਹ ਵੀਡੀਓ ਨੂੰ ਦੇਖ ਕੇ ਵੀ ਸਮਝ ਸਕਦੇ ਹੋ। ਨੈਕਸਟ ਕੁਐਸਚਨ, ਵਾਈ ਨਿਊ ਪਾਰਟਨਰ ਨੀਡਸ ਟੂ ਬੀ ਅ ਬ੍ਰਿੰਗ ਅ ਗੁੱਡਵਿਲ। ਹਾਂਜੀ, ਕਿਉਂ ਨਵੇਂ ਪਾਰਟਨਰ ਬਿਜ਼ਨਸ ਦੇ ਅੰਦਰ ਗੁੱਡਵਿਲ ਲੈ ਕੇ ਆਉਂਦਾ? ਯੈਸ, ਜੋ ਆਪਾਂ ਚੈਪਟਰ ਆਲਰੇਡੀ ਕਰ ਰਹੇ ਸੀ। ਸਪੋਜ਼ ਕਰੋ ਏ ਬੀ ਤੇ 2 ਪਾਰਟਨਰ ਨੇ, ਨਵਾਂ ਸੀ ਪਾਰਟਨਰ ਆ ਰਹੇ ਆ। ਮੈਂ ਤੁਹਾਨੂੰ ਆਲਰੇਡੀ ਕਰ ਚੁੱਕਿਆ ਕਿ ਏ ਤੇ ਬੀ ਪਾਰਟਨਰ ਨੇ ਬੜਾ ਸੋਹਣਾ ਬਿਜ਼ਨਸ ਚਲਾਇਆ, ਬੜਾ ਸੋਹਣਾ ਬਿਜ਼ਨਸ ਨੂੰ ਸਟੈਂਡਅਪ ਕੀਤਾ, ਬੜੇ ਪ੍ਰੋਫਿਟਸ ਨੂੰ ਇਨਕਰੀਜ਼ ਕੀਤਾ, 0 ਲੈਵਲ ਤੋਂ ਸਟਾਰਟ ਕੀਤਾ। ਬਟ ਹੁਣ ਸੀ ਪਾਰਟਨਰ ਕਹਿ ਰਿਹਾ, ਸੀ ਬੰਦਾ ਕਹਿ ਰਿਹਾ ਕਿ ਮੈਂ ਵੀ ਤੁਹਾਡਾ ਬਿਜ਼ਨਸ ਨੂੰ ਜੁਆਇਨ ਕਰਨਾ ਚਾਹੁੰਦਾ। ਤਾਂ ਸੀ ਜਦੋਂ ਜੁਆਇਨ ਕਰੂਗਾ ਉਹ ਇਹਨਾਂ ਜਿਹਨਾਂ ਨੇ ਮਿਹਨਤ ਕੀਤੀ ਆਲਰੇਡੀ ਬਿਜ਼ਨਸ ਨੂੰ ਇੰਨਾ ਵੱਡੇ ਲੈਵਲ 'ਤੇ ਸਟੈਂਡਅਪ ਕਰਵਾਇਆ ਹੋਇਆ ਤਾਂ ਉਹਨਾਂ ਨੂੰ ਕੁਛ ਨਾ ਕੁਛ ਪੇ ਆਊਟ ਕਰੂਗਾ। ਉਸ ਚੀਜ਼ ਨੂੰ ਕਹਿੰਦੇ ਆ ਕੰਪਨਸੇਟ ਕਰਨਾ, ਕਿਉਂਕਿ ਇਹ ਪਾਰਟਨਰ ਏ ਤੇ ਬੀ ਪਾਰਟਨਰ ਆਪਦੇ ਪ੍ਰੋਫਿਟਸ 'ਚੋਂ ਕੱਢ ਕੇ ਇਸ ਪਾਰਟਨਰ ਨੂੰ ਦੇਣਗੇ। ਸੋ ਉਸ ਚੀਜ਼ ਨੂੰ ਉਹ ਸੈਕਰੀਫਾਈਸ ਕਰਨਗੇ ਅਤੇ ਉਹ ਸੈਕਰੀਫਾਈਸ ਦੇ ਬਦਲੇ ਸੀ ਪਾਰਟਨਰ ਜਿਹੜਾ ਉਹ ਉਹਨਾਂ ਨੂੰ ਕੰਪਨਸੇਟ ਕਰੂਗਾ। ਕਲੀਅਰ? ਆਈ ਹੋਪ ਤੁਹਾਨੂੰ ਇਹ ਆਨਸਰ ਕਲੀਅਰ ਹੋ ਗਿਆ ਹੋਊਗਾ। ਨੈਕਸਟ, the balance of a revaluation account is transferred to the old partners capital account in their ਜਿਹੜਾ ਕਹਿੰਦੇ ਬੈਲੈਂਸ ਹੁੰਦਾ ਰੀਵੈਲੂਏਸ਼ਨ ਅਕਾਊਂਟ ਦਾ ਆਲਰੇਡੀ ਕਰ ਚੁੱਕੇ ਆਈ ਥਿੰਕ। ਜਿਹੜਾ ਬੈਲੈਂਸ ਹੁੰਦਾ ਮਤਲਬ ਪ੍ਰੋਫਿਟ ਐਂਡ ਲਾਸ, ਦੇਖੋ ਕੁਐਸਚਨ ਉਹੀ ਹੁੰਦੇ ਨੇ, ਬਸ
लिखण दा ढंग बदल जांदा। कहंदे जो भी रीवैल्यूएशन अकाउंट दे विच प्रॉफिट आया लॉस आया ओल्ड पार्टनर्स नूं किहड़ी रेशो दे विच वंडिया जाऊगा। हाँ जी, ओल्ड पार्टनर्स नूं ओल्ड रेशो दे विच डिस्ट्रीब्यूट किया जाता। नैक्सट क्वेश्चन, अकाउंट इज़ प्रिपेयर्ड ओनली वन टाइम ड्यूरिंग द लाइफ ऑफ द फर्म। यह जिहा किहड़ा अकाउंट आ जिहड़ा फर्म की लाइफ दे विच एक बार ही बनाया जाता। रियलाइजेशन, रीवैल्यूएशन, प्रॉफिट एंड लॉस अकाउंट या नन ऑफ अबव। हुण गैस करना स्टार्ट करो। सपोज करो नन ऑफ अबव अपनी ऑप्शन नहीं गी। प्रॉफिट एंड लॉस अकाउंट हर साल बनता, ये नहीं हो सकता। रीवैल्यूएशन अकाउंट कदों कदों बनता, मैं थोड़ा एक्सप्लेन करदा। रीवैल्यूएशन अकाउंट जो आप पार्टनर सारे मिल के अपनी प्रॉफिट शेयरिंग रेशो जी चेंज करने की कोशिश करते हैं उदों रीवैल्यूएशन अकाउंट बनता। सपोज करो पहला 4 3 2 सीगी, हुण आपां इक्वली कहता कि असीं प्रॉफिट्स इक्वली वंडने आ, इक्वली वंडने आ, दैट मीनस रेशो चेंज हो रही है उदों रीवैल्यूएशन अकाउंट बनता। या नवा पार्टनर एडमिशन हो रही है नवे पार्टनर की उदों असीं रीवैल्यूएशन अकाउंट बनाउने आ। या पार्टनर रिटायर हो रहा उदों असीं रीवैल्यूएशन अकाउंट बनाउने आ। या जो पार्टनर की डैथ हो जाती है उदों असीं रीवैल्यूएशन अकाउंट बनाउने। सो ये तो बनता ही रहता, पार्टनर आउंदे जाते रहते हैं। सो ये ऑप्शन भी नहीं हो सकती। रियलाइजेशन अकाउंट उस टाइम बनता जो फर्म बंद होंगी है। सो फर्म तो एक बार बंद होगी, जो बंद होगी दोबारा चलनी नहीं, दोबारा चलूगी तो नवी फर्म बनूगी। सो रीवैल्यूएशन अकाउंट अपनी लाइफ के एक टाइम ही बनता। रियलाइजेशन अकाउंट अपनी फर्म पूरी लाइफ एक बार ही बनाती, वो भी उदों जो फर्म बंद होने ते आउंदी है। सो नेक्स्ट क्वेश्चन, रीवैल्यूएशन अकाउंट इज प्रिपेयर्ड ऑन रिकंस्ट्रक्शन ऑफ द पार्टनरशिप फर्म, डिसोल्यूशन ऑफ पार्टनरशिप फर्म, बोथ या नन ऑफ। अगेन वेरी इंपॉर्टेंट क्वेश्चन, बच्चे कन्फ्यूज होंगे ने। डिसोल्यूशन मतलब बंद होना, जो बंद होंदा तो रियलाइजेशन अकाउंट बनता। आप हुणी लास्ट क्वेश्चन किया। ईवन डिसोल्यूशन ऑफ पार्टनरशिप फर्म, जो फर्म ही बंद होगी फिर रीवैल्यूएशन कादी। रीवैल्यूएशन का मतलब होंदा एसेट्स ते लाइबिलिटीज़ नूं रीवैल्यूड किया भी वधियां घटियां करंट स्टेटस दे विच देखिया जांदा। रीकंस्टिट्यूट मतलब चेंजिस, जो भी पार्टनरशिप दे विच चेंजिस आउंदे ने, नवा पार्टनर एडमिट हुंदा, किसी पार्टनर की डैथ हुंदी आ, कोई रिटायर हो रहा है ना। सो इस टाइम अपना जिहड़ा रिकंस्टिट्यूशन का मतलब होंदा, रिकंस्टिट्यूशन ऑफ पार्टनरशिप फर्म मतलब दोबारा चेंजिस किए जाते एग्रीमेंट के अंदर। सो उदों जो भी चेंजिस किए जाते उदों किहड़ा अकाउंट बनता, रीवैल्यूएशन अकाउंट बनता। आई होप तुहानूं समझ लग गया होगा। सो थैंक्स फॉर वॉचिंग। इस वीडियो के अंदर लगभग आप 25 क्वेश्चनस नूं डिस्कस किया। ज़्यादा लेंथी ना हो जाए इस करके शॉर्ट्स वीडियो बनाई जांदियां ताकि तुसीं ईजिली उन्होंने देख सको। थैंक्स फॉर वॉचिंग। शेयर जरूर करो ताकि होर भी बहुत सारे बच्चे ने जिन्होंने इस क्वेश्चन की जरूरत है। सो सब नाल शेयर करो। थैंक यू सो मच।